ਵਾਹਿਗੁਰੂ ਸਾਹਿਬ ਜੀ। ਜਨਕ ਰਾਜ ਵਰਤਾਇਆ, ਸਤ ਜੁਗ ਆਲੀਣਾ। ਗੁਰ ਸ਼ਬਦੀ ਮਨ ਮਾਨਿਆ, ਅਪਤੀਜ ਪਤੀਣਾ। ਗੁਰ ਨਾਨਕ ਸਚ ਨੀਵ ਸਾਜ, ਸਤ ਗੁਰ ਸੰਗ ਲੀਣਾ। ਗੁਰ ਅਰਜਨ ਘਰ ਗੁਰ ਰਾਮਦਾਸ, ਅਪਰੰਪਰ ਬੀਣਾ। ਗੁਰ ਅਰਜਨ ਘਰ ਗੁਰ ਰਾਮਦਾਸ, ਅਪਰੰਪਰ ਬੀਣਾ। ਰਾਜ਼ਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ। ਉਪਮਾ ਮਹਾਨ, ਸਬਰ ਸ਼ਤਰ ਤਖਤ ਦੇ ਮਾਲਕ। ਗੱਦੀ ਤੇ ਬਿਰਾਜਮਾਨ ਸ਼ਬਦ ਦਾ ਅਵਤਾਰ, ਸ਼ਬਦ ਗੁਰੂ ਜਾਗਤ ਜੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿੰਨਾਂ ਦੇ ਪਾਵਨ ਹਜ਼ੂਰੀ ਅੰਦਰ ਜਿੱਥੇ ਅਸੀਂ ਸਾਰੇ ਤਨ ਕਰਕੇ ਆਏ ਬੈਠੇ ਹਾਂ। ਆਓ ਮਨ ਦਾ ਟਿਕਾ ਬਣਾਈਏ, ਜੋ ਹੁਣੇ ਹੀ ਆਪਾਂ ਇਲਾਹੀ ਬਾਣੀ ਭੱਟ ਕਾਲਿਆ ਜੀ ਦੇ ਮੁਖ ਤੋਂ ਉਚਾਰਨ ਹੋਈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸਿਫਤ ਤੋਂ ਸਲਾਹ ਵਿੱਚ ਗੁਰੂ ਕੇ ਕੀਰਤਨੀਆਂ ਪਾਸੋਂ ਅਸੀਂ ਕੀਰਤਨ ਰੂਪ ਵਿੱਚ ਸਰਵਣ ਕੀਤੀ ਹੈ। ਆਓ ਵਿਚਾਰੀਏ, ਭੱਟ ਕਾਲਿਆ ਜੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸਿਫਤ ਕਿਵੇਂ ਕਰਦੇ ਨੇ, ਕਿਤੇ ਸਾਨੂੰ ਵੀ ਕਰਨੀ ਆ ਜਾਵੇ। ਕਰੀਏ ਰਸਨਾ ਨੂੰ ਸਫਲਾ, ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ। ਆਖੋ ਸਤਨਾਮ ਸ਼੍ਰੀ, ਸਤਨਾਮ ਸ਼੍ਰੀ। ਭੱਟ ਕਾਲਿਆ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪਰਥਾਏ ਦਰਸਾਉਂਦੇ ਨੇ। ਜਨਕ ਰਾਜ ਵਰਤਾਇਆ, ਸਤ ਜੁਗ ਆਲੀਣਾ। ਆਲੀਣਾ ਪੜ੍ਹਨਾ ਕਿਵੇਂ ਹੈ? ਐੜੇ ਨੂੰ ਕਰਨਾ ਆਲੀਣਾ। ਸਤਜੁਗ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਜਿਵੇਂ ਜਨਕ ਦੇ ਰਾਜ ਦੇ ਵਿੱਚ ਸਤਜੁਗ ਕਹਿੰਦੇ ਸਨ। ਭਾਈ ਗੁਰਦਾਸ ਜੀ ਨੇ ਵੀ ਇਹ ਗੱਲ ਕਹੀ ਹੈ, ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਜਿਹੜਾ ਰਾਜਾ ਜਨਕ ਹੈ ਉਸਨੂੰ ਭਗਤ ਕਿਹਾ ਗਿਆ ਕਿਉਂਕਿ ਉਹ ਰਾਜ ਭਾਗ ਠਾਠ ਬਾਠ ਹੁੰਦਿਆਂ ਹੋਇਆਂ ਵੀ, ਮਾਇਆ ਵਿੱਚ ਰਹਿੰਦਿਆਂ ਵੀ ਉਹ ਪ੍ਰਾਮ ਸੀ। ਇਸ ਕਰਕੇ ਉਸ ਦੀ ਤੁਲਨਾ ਭੱਟ ਜੀ ਨੇ ਕੀਤੀ ਹੈ ਨਾਲ ਤਾਂ ਲਿਆ। ਭੱਟ ਜੀ ਕਹਿੰਦੇ ਨੇ, ਇਹ ਦੀਨ ਦੁਨੀਆ ਦੇ ਮਾਲਕ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਇਸੇ ਤਰ੍ਹਾਂ ਜਿਹੜੇ ਗੁਰਮੁਖ ਨੇ ਉਹ ਸੰਸਾਰ ਦੇ ਸਾਰੇ ਸੁੱਖ ਭੋਗਦਿਆਂ ਹੋਇਆਂ ਨਿਰੰਕਾਰ ਨਾਲ ਜੁੜੇ ਰਹਿੰਦੇ ਨੇ। ਮਾਇਆ ਦੇ ਵਿੱਚ ਉਪਰਾਮ ਰਹਿੰਦੇ ਨੇ, ਨਿਰੰਕਾਰ ਨਾਲ ਜੁੜੇ ਰਹਿੰਦੇ ਸੰਸਾਰ ਵਿੱਚ ਨੇ ਤਨ ਕਰਕੇ, ਪਰ ਮਨ ਨਿਰੰਕਾਰ ਨਾਲ ਜੁੜਿਆ ਰਹਿੰਦਾ। ਸੰਸਾਰ ਨੂੰ ਛੱਡਣ ਦੀ ਲੋੜ ਨਹੀਂ। ਜੇ ਸੰਸਾਰ ਨੂੰ ਛੱਡ ਕੇ ਨਿਰੰਕਾਰ ਨੂੰ ਪਾਇਆ ਜਾਵੇ ਤੇ ਫਿਰ ਮੇਰੇ ਸਾਹਿਬ ਜੀ ਨੂੰ ਇਹ ਗੱਲ ਕਹਿਣੀ ਨਾ ਪੈਂਦੀ। ਗ੍ਰਹਿ ਤਜ ਬਨ ਖੰਡ ਜਾਈਐ, ਚੁਨ ਖਾਈਐ ਕੰਦਾ। ਗ੍ਰਹਿ ਕਹਿੰਦੇ ਨੇ ਘਰ ਨੂੰ, ਤਜ ਮਿੰਸ ਛੱਡ ਕੇ ਚੁਣ ਖਾਈਐ ਕੰਦਾ। ਕੰਦਾ ਤੋਂ ਭਾਵ ਹੈ ਗਾਜਰ, ਮੂਲੀਆਂ, ਪੱਤੇ ਆਦਿ ਖਾਣੇ।
ਕਹਿਣਾ ਵੀ ਅੰਨ ਨਹੀਂ ਖਾਣਾ, ਅੰਨ ਖਾਣ ਦੇ ਨਾਲ ਖੌਰੇ ਰੱਬ ਨਹੀਂ ਮਿਲਦਾ। ਮੇਰੇ ਪਾਤਸ਼ਾਹ ਕਹਿੰਦੇ ਨੇ ਨਹੀਂ ਜੀ, ਅੰਨੈ ਬਿਨਾ ਨਾ ਹੋਏ ਸੁਕਾਲ, ਤਜੀਐ ਅੰਨ ਨਾ ਮਿਲੇ ਗੋਪਾਲ। ਗੋ ਧਰਤੀ, ਪਾਲ ਧਰਤੀ ਦਾ ਪਾਲਣਹਾਰ। ਜੇ ਅੰਨ ਛੱਡ ਕੇ ਰੱਬ ਮਿਲ ਜਾਵੇ ਤੇ ਫਿਰ ਕਈ ਜਾਨਵਰ ਜਿਹੜੇ ਨੇ ਉਹ ਅੰਨ ਨਹੀਂ ਖਾਂਦੇ, ਉਹ ਪੱਤੇ ਪੁੱਤੇ ਹੀ ਖਾਂਦੇ ਨੇ। ਗਾਜਰਾਂ ਮੂਲੀਆਂ ਉਰਾਂ ਪਰਾਂ ਕਈ ਜਾਨਵਰ ਵੇਖੇ ਪੱਤੇ ਹੀ ਖਾਂਦੇ ਨੇ, ਘਾਹ ਫੂਸ ਖਾਂਦੇ ਨੇ, ਅੰਨ ਤੇ ਖਾਂਦੇ ਹੀ ਨਹੀਂ। ਰੱਬ ਤੇ ਉਹਨਾਂ ਨੂੰ ਵੀ ਮਿਲ ਜਾਵੇ। ਹੁਣ ਸਾਰੇ ਸ਼ੰਕੇ ਮੇਰੇ ਸਤਿਗੁਰ ਜੀ ਸਾਡੇ ਅੰਦਰੋਂ ਕੱਢਦੇ ਨੇ। ਜਿਵੇਂ ਰਾਜਾ ਜਨਕ ਸੰਸਾਰ ਵਿੱਚ ਰਹਿੰਦਿਆਂ, ਮਾਇਆ ਵਿੱਚ ਰਹਿੰਦਿਆਂ, ਸੰਸਾਰ ਵਿੱਚ ਰਹਿ ਕੇ ਨਿਰੰਕਾਰ ਨਾਲ ਉਹ ਜੁੜਿਆ ਹੋਇਆ ਸੀ, ਧਰਮੀ ਹੈ। ਇਸੇ ਤਰ੍ਹਾਂ ਭੱਟ ਕਾਲਿਆ ਜੀ ਕਹਿੰਦੇ ਨੇ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਧੰਨ ਹੋ ਤੁਸੀਂ। ਜਨਕ ਰਾਜ ਵਰਤਾਇਆ ਤੁਸੀਂ ਇਸ ਕਲਯੁਗ ਦੇ ਵਿੱਚ, ਗਿਆਨ ਦਾ ਰਾਜ ਤੁਸੀਂ ਇਸ ਕਲਯੁਗ ਦੇ ਵਿੱਚ ਸਤਯੁਗ ਪ੍ਰਗਟ ਕਰ ਦਿੱਤਾ ਹੈ। ਇਸ ਕਲਯੁਗ ਵਿੱਚ ਸਤਯੁਗ ਲਿਆਂਦਾ ਕਿਵੇਂ ਜੀ? ਤੁਸੀਂ ਮਨਾਂ ਦੇ ਹਨੇਰਿਆਂ ਨੂੰ ਦੂਰ ਕਰ ਦਿੱਤਾ। ਕਲਯੁਗ ਵਿੱਚ ਸਤਯੁਗ ਕਿਵੇਂ ਆ ਗਿਆ? ਭੱਟ ਕਾਲਿਆ ਜੀ ਕਹਿੰਦੇ ਨੇ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਤੁਸੀਂ ਕਲਯੁਗ ਵਿੱਚ ਸਤਯੁਗ ਲੈ ਆਂਦਾ ਹੈ। ਕਿਵੇਂ? ਕਿ ਤੁਸੀਂ ਸਾਰਿਆਂ ਦੇ ਮਨਾਂ ਦੇ ਹਨੇਰਿਆਂ ਨੂੰ ਦੂਰ ਕਰ ਦਿੱਤਾ ਹੈ। ਤੇ ਹਨੇਰਾ ਹੀ ਜਿਹੜਾ ਹੈ ਉਹ ਕਲਯੁਗ ਹੈ, ਤੇ ਗਿਆਨ ਜਿਹੜਾ ਹੈ ਉਹ ਸਤਯੁਗ ਹੈ। ਜੇ ਗਿਆਨ ਹੋ ਜਾਏ, ਮਨੁੱਖ ਨੂੰ ਸਮਝ ਆ ਜਾਵੇ, ਆਪਣੇ ਆਪ ਦੀ ਸਮਝ ਆ ਜਾਵੇ। ਬਾਣੀ ਵਿੱਚ ਪੜ੍ਹਦੇ ਆ ਨਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜੋਤ ਸਰੂਪ ਤੇ ਆਪਣੇ ਇਸ ਜੋਤ ਨੂੰ, ਇਸ ਮਨ ਨੂੰ ਜੋਤ ਸਰੂਪ ਤੇ ਤਾਂ ਪਛਾਣਿਆ ਜਾਏਗਾ ਜਦੋਂ ਅਸੀਂ ਸਤ ਸਰੂਪ ਦੇ ਨਾਲ ਜੁੜਾਂਗੇ। ਸਤ ਸਰੂਪ ਨਾਲ ਜੁੜ ਕੇ ਇਸ ਮਨ ਰੂਪੀ ਜੋਤ ਸਰੂਪ ਨੂੰ ਜਾਣਿਆ ਜਾ ਸਕਦਾ ਹੈ। ਮੇਰੇ ਪਾਤਸ਼ਾਹ ਕਹਿੰਦੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਪਰ ਇਹ ਆਪਣੇ ਇਸ ਅਸਲੀਅਤ ਨੂੰ, ਇਸ ਮੂਲ ਨੂੰ ਤਾਂ ਪਛਾਣਿਆ ਜਾ ਸਕਦਾ ਹੈ ਜਦੋਂ ਅਸੀਂ ਸਤ ਸਰੂਪ ਨਾਲ ਜੁੜਾਂਗੇ। ਤੇ ਸਤ ਸਰੂਪ ਕੀ ਹੈ? ਗੁਰੂ ਕੀ ਬਾਣੀ, ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ। ਹੁਣ ਗੁਰੂ ਸਾਹਿਬ ਜੀ ਆਪ ਸਿੱਖਿਆ ਦਿੰਦੇ ਨੇ, ਸਤ ਸਰੂਪ ਨਾਲ ਜੋੜ ਕੇ ਮਨ ਰੂਪੀ ਜੋਤ ਨੂੰ ਪ੍ਰਗਟ ਕਰਦੇ ਨੇ। ਕਿਆ ਜਨਕ ਰਾਜ ਵਰਤਾਇਆ, ਸਤਯੁਗ ਆਲੀਣਾ। ਆ ਗਿਆ ਕਲਯੁਗ ਵਿੱਚ ਸਤਯੁਗ। ਕਿਉਂ? ਕਿ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸ਼ਬਦ ਗੁਰੂ ਦਾ ਪ੍ਰਕਾਸ਼ ਕਰ ਦਿੱਤਾ ਹੈ। ਬਲਿਓ ਚਿਰਾਗ ਅੰਧਿਆਰ ਮੈਂ, ਹਨੇਰੇ ਦੇ ਵਿੱਚ ਚਿਰਾਗ ਜਲਿਆ ਹੈ, ਹਨੇਰੇ ਦੇ ਵਿੱਚ ਪ੍ਰਕਾਸ਼ ਹੋ ਗਿਆ ਹੈ। ਕਿਹੜਾ? ਹਨੇਰੇ ਵਿੱਚ ਦੀਵਾ ਬਲੇ ਤੇ ਚਾਨਣਾ ਹੁੰਦਾ ਏ। ਅਗਿਆਨ ਰੂਪੀ ਜਦੋਂ ਹਨੇਰਾ, ਘੁੱਪ ਹਨੇਰਾ ਹੈ, ਇੱਥੇ ਗਿਆਨ ਦਾ ਚਾਨਣਾ ਦੇਣ ਲਈ ਗੁਰੂ ਦਾ ਸ਼ਬਦ ਦਾ ਪ੍ਰਕਾਸ਼ ਕੀਤਾ ਹੈ। ਕਿੰਨੇ? ਗੁਰੂ ਅਰਜਨ ਸਾਹਿਬ ਮਹਾਰਾਜ ਨੇ। ਦੀਵਾ ਬਲੇ ਹਨੇਰਾ ਜਾਏ, ਕਿਆ ਤਿਉਂ ਗੁਰ ਗਿਆਨ ਅਗਿਆਨ ਤਜਾਏ। ਜਿਵੇਂ ਦੀਵਾ ਬਲਦਾ ਹਨੇਰਾ ਨਸ ਜਾਂਦਾ ਹੈ, ਇਵੇਂ ਹੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਤੁਸੀਂ ਗਿਆਨ ਦਾ ਚਿਰਾਗ ਬਾਲ ਕੇ ਤੁਸੀਂ ਅਗਿਆਨ ਦਾ ਹਨੇਰਾ ਦੂਰ ਕਰਦੇ ਪਏ ਹੋ। ਭੱਟ ਜੀ ਕਹਿੰਦੇ ਨੇ, ਗੁਰ ਸ਼ਬਦੇ ਮਨ ਮਾਨਿਆ, ਅਪਤੀਜ ਪਤੀਣਾ। ਅਪਤੀਜ, ਪਤੀਣਾ। ਅਪਤੀਜ ਤੋਂ ਭਾਵ ਹੈ ਜਿਹੜਾ ਮਨ ਪਤੀਜਦਾ ਨਹੀਂ। ਭਾਵ ਜਿਹਨੂੰ ਅਸੀਂ ਕਹਿੰਦੇ ਹਾਂ ਮਨ ਪਤੀਜਣ ਤੋਂ ਭਾਵ ਇਹ ਹੈ ਕਿ ਜਿਹੜਾ ਮਨ ਕਾਬੂ ਨਹੀਂ ਆਉਂਦਾ। ਕਈ ਵਾਰੀ ਕਹਿੰਦੇ ਆ ਵੀ ਇਹ ਜਿਹੜਾ ਮਨ ਹੈ ਨਾ, ਇਹ ਨਹੀਂ ਕਾਬੂ ਆਉਂਦਾ। ਜੇ ਮਨ ਕਾਬੂ ਨਹੀਂ ਹੈ ਤੇ ਅੱਖਾਂ ਵੀ ਕਾਬੂ ਵਿੱਚ ਨਹੀਂ, ਕੰਨ ਵੀ ਕਾਬੂ ਨਹੀਂ। ਕੋਈ ਇੱਕ ਗਿਆਨ ਇੰਦਰੇ, 5 ਕਰਮ ਇੰਦਰੇ ਤੇ 5 ਗਿਆਨ ਇੰਦਰੇ ਨੇ। ਜੇ ਮਨ ਕਾਬੂ ਨਹੀਂ ਨਾ ਤੇ ਇਹ ਕਰਮ ਇੰਦਰੇ ਤੇ ਗਿਆਨ ਇੰਦਰੇ ਕਾਬੂ ਵੀ ਨਹੀਂ ਰਹਿ ਸਕਦੇ। ਜੇ ਮਨ ਕਾਬੂ ਹੈ ਤੇ ਹੁਣ ਡਰਾਈਵ ਕਰਨ ਵਾਲਾ ਦਾ ਜਿਹੜਾ ਮਨੁੱਖ ਦਾ ਸੰਤੁਲਨ ਕਾਬੂ ਹੋਵੇ, ਗੱਡੀ ਚਲਾ ਰਿਹਾ ਹੈ ਤੇ ਉਹ ਗੱਡੀ ਨੂੰ ਸਹੀ ਤਰੀਕੇ ਨਾਲ ਚਲਾ ਸਕਦਾ ਹੈ। ਜੇ ਉਹ ਆਪ ਡਗਡੋਲੇ ਖਾ ਗਿਆ, ਗੱਡੀ ਨਹੀਂ ਸਹੀ ਚੱਲੇਗੀ। ਜੇ ਮਨ ਰੂਪੀ ਜਿਹੜਾ ਰਾਜਾ ਹੈ, ਸਾਰਿਆਂ ਨੂੰ ਕੰਟਰੋਲ ਕਰਨ ਵਾਲਾ ਹੈ, ਗਿਆਨ ਇੰਦਰੀਆਂ, ਕਰਮ ਇੰਦਰੀਆਂ ਨੂੰ, ਜੇ ਇਹ ਆਪ ਸੰਤੁਲਨ ਵਿੱਚ ਹੈ, ਠੀਕ ਹੈ, ਤੇ ਇਹ ਜਿਹੜੀ ਹੈ ਕਾਇਆ ਰੂਪੀ ਗੱਡੀ, ਸਰੀਰ ਸਹੀ ਚੱਲਦਾ ਰਹੇਗਾ। ਪਰ ਜੇ ਮਨ ਨਹੀਂ ਕਾਬੂ ਵਿੱਚ ਹੈ ਤੇ ਸਹੀ ਨਹੀਂ ਚੱਲੇਗਾ, ਇੱਧਰ ਉੱਧਰ ਨਸ ਜਾਏਗਾ, ਨਿਕਲ ਜਾਏਗਾ।
मेरे साहब जी कहते हैं पहला मन के उत्ते कंट्रोल करना है। जे मन उत्ते तेरा कंट्रोल हो गया तो फिर तेरे ज्ञान इंद्रे, कर्म इंद्रे, तेरे शरीर के उत्ते भी तेरा कंट्रोल होएगा। हुण मन नूं काबू करने वास्ते करना की पैना है? गुरु का शब्द, गुरु का उपदेश, गुरु की सिक्ख्या। कई बार कहने मेरा मन नहीं करता, मन ते नहीं करता आ काम करन, मन करता है ऐ कर लवां, पर तन नहीं हिम्मत देंदा। मन कहता है इसे पास जावां, आ कुछ करां, पर तन अलाउ नहीं करता। कई बार तन अलाउ करता है पर मन नहीं करता। हुण गल की है? ये मन की है? मन फुरनियां दा इकट्ठ, मन फुरनियां दा समूह है। ते ये जिहड़े फुरने ने साडे अंदरों फुरदे ने, माड़े चंगे, पर इन्हां फुरनियां नूं जे चंगे पासे चंगे फुरने लियाउणे होण ते गुरु दा उपदेश, गुरु दी सिੱਖਿਆ नूं ग्रहण करना पैना है। मेरे पातशाह जी कहंदे ने अपतीज पतीना, जिहड़ा मन पतीजदा नहीं सी, पतीना काबू नहीं आया, गुर शब्दे, गुरु दे शब्द दे राही, ज्ञान गुरु, ये जिहड़ा गुरु है ये ज्ञान है। असीं अज थां थां ते गुरु बनाई बैठे। एक निक्का जिहा एग्जाम्पल दे दा, ये ना थोड़े बरीकी का विषय है। जे मैं थोड़ा जिहा बाहर का एग्जाम्पल देवांगा, उदाहरण देवांगा, पकड़ विच तां गल आउणी है, एवें नहीं आउंदी। मानो कि एक पप्पू नां दा कोई मनुख, जिन्हों आपां बच्चा कह लीए, पप्पू नां है, वो स्कूल पढ़ने पै गया, ਉਹਦਾ नाम पप्पू है, पढ़िया, उन्हें मास्टरी की, डिग्री हासिल कर ली, मास्टर बन गया। हुण यूपी वाले जे असीं ग्वालियर वाले पासे चले जाइए ना, तो अजे भी जिहड़ा उपदेश देण वाला है, कोई सिक्ख्या देण वाला, उहनूं गुरु जी आखदे ने, गुरु जी। पहला साडे हुण तां वो रिवाज नहीं रह गया, इंटरनेट का युग आ गया, फीस दे के असीं काम सीखते हैं, हर किसी नूं फीस दित्ती ते काम सीख लिया, वो सत्कार ही नहीं रह गया। पहला जिहदे कोल गुर लैंदे सी, गुर सिखना हुंदा सी, उहनूं गुरु धारण करना पैंदा सी। कहंदे मेरा गुरु है, इहने मैनूं गुर दित्ता है ते मैं इहदे कोल गुर लैणा। जां असीं किसी नूं धारण करना, पग लैणी, मठियाई लैणी, पैसे उत्ते लिफाफा पा के रखना, फिर उहदे चरनां 'च रखना भी मैं अज तो तुहानूं गुरु धारण कीता है, मैनूं तुसीं गुर देना है, सिक्ख्या लैणी है। वो परंपरा मुक गई है। हुण गुरु की है? एक बच्चा है जिहदा नाम पप्पू है, स्कूल विच पढ़िया, +2 कीती, उहने डिग्री कीती, वो मास्टर बन गया। नाम पप्पू है, मास्टर बन गया। ਜਦੋਂ मास्टर बन के किते अध्यापक प्रोफैसर बन के किधरे पढ़ाउंदा है तो बच्चे उन्होंने गुरु जी आखदे ने। हुण गुरु उहदा शरीर है, गुरु उहदी बॉडी है? नहीं, गुरु उहदा ज्ञान है। जिहड़ा उहदे अंदर ज्ञान है ना, पहला उहने ज्ञान अपने अंदर समावेश कीता है, हुण वो ज्ञान वंडण वाला हो गया है, हुण वो ज्ञान देण वाला हो गया है। तो फिर गुरु कौन होया? ज्ञान होया। पहला उन्हें ज्ञान नूं अपने अंदर समावेश किया है, इकट्ठा किया है, हुण वो ज्ञान देण वाला बन गया है, हुण ज्ञान वंडण वाला बन गया है। हुण गुरु जी उहदे अगे शब्द लग गया। कहण तो भाव मेरा ये है कि ज्ञान ही गुरु है, तस्वीर शरीर गुरु नहीं है। असीं गुरु ग्रंथ साहिब महाराज नूं नमस्कार करते हैं, मत्था टेकते हैं, ते मेरे सतगुरु जी गुरु अर्जन साहिब महाराज सानू शब्द नाल जोड़ते ने। शब्द गुरु है, जिन्हों असीं रोज़ पढ़ते हैं, बाणी गुरु, गुरु है बाणी, विच बाणी अमृत सारे, गुर बाणी कहे, जो बाणी गुरु बाणी राही कह रहा है ते सिख उसनों मन लवे, यकीनन उसकी बंद खलासी हो जाएगी। यकीनन बाणी जो कह रही है, गुरु जो बाणी राही दस रहा है, उसनों फॉलो कर लै, अपने जीवन दे विच ढाल लै, मनुख तेरी हमेशा दे लई तेरी बंद खलासी हो जाएगी, तेरे सारे कलेश मुक जाणगे। भट्ट जी गुरु अर्जन साहिब महाराज नूं की कहंदे ने? गुर शब्दे मन मानिया।
ਗੁਰੂ ਦੇ ਸ਼ਬਦ ਰਾਹੀਂ ਜਿਹੜਾ ਇਹ ਮਨ ਮੰਨਦਾ ਨਹੀਂ ਨਾ, ਇਹ ਜਿਹੜਾ ਮਨ ਭਤੀਜਦਾ ਨਹੀਂ, ਇਹ ਗੁਰੂ ਦੇ ਰਾਹੀਂ ਭਤੀਜ ਗਿਆ, ਮਨ ਮੰਨ ਗਿਆ। ਕਿਵੇਂ? ਗੁਰ ਨਾਨਕ ਸੱਚ ਨੀਮ ਸਾਜ। ਸੱਚ ਦੀ ਨੀਂਹ ਕਿਹਨੇ ਰੱਖੀ ਹੈ? ਸੱਚ ਦੀ ਨੀਂਹ ਗੁਰੂ ਨਾਨਕ ਨੇ ਰੱਖੀ ਹੈ। ਸਾਜ ਤੋਂ ਭਾਵ ਹੈ ਬਣਾਈ ਹੈ, ਨੀਂਹ ਗੁਰੂ ਨਾਨਕ ਨੇ ਸੱਚ ਦੀ ਰੱਖੀ ਹੈ। ਨੀਂਹ ਦੇ ਮੈਂ ਥੋੜੇ ਜਿਹੇ ਅਰਥ ਕਰਦੇ ਆ, ਬਾਣੀ ਵਿੱਚੋਂ ਹੀ ਕਰਾਂਗਾ। ਪੜ੍ਹਦੇ ਆ ਨਾ, ਗਹਿਰੀ ਕਰਕੇ ਨੀਮ ਖੁਦਾਈ। ਹਿੰਦੀ ਵਿੱਚ ਨੀਮ ਕਹਿੰਦੇ ਨੇ, ਪੰਜਾਬੀ ਚ ਨੀਂਹ ਕਹਿ ਦਿੰਦੇ ਆ, ਨੀਂਹ ਪੱਥਰ ਜਿਹਨੂੰ ਕਹਿ ਦਿੱਤਾ। ਕਿ ਗਹਿਰੀ ਕਰਕੇ ਨੀਂਵ ਖੁਦਾਈ, ਉੱਪਰ ਮੰਡਪ ਛਾਏ, ਜਿਹਨੂੰ ਫਾਊਂਡੇਸ਼ਨ ਬੇਸ ਕਹਿ ਦਈਏ ਅੱਜ ਦੀ ਬੋਲੀ ਦੇ ਵਿੱਚ। ਬੇਸ ਬਣਾਉਣਾ, ਥੱਲੇ ਫਾਊਂਡੇਸ਼ਨ ਬਣਾਉਣਾ, ਜਾਂ ਮਿੱਟੀ ਪੁੱਟ ਕੇ ਫਿਰ ਉਹਦੇ ਵਿੱਚ ਨੀਂਹ ਭਰਨ ਵਾਸਤੇ ਕਈ ਕੁਝ ਬਜਰੀ ਬੁਜਰੀ ਪਾ ਕੇ, ਸੀਮਿੰਟ ਪਾ ਕੇ, ਪੱਕਿਆਂ ਕਰਕੇ ਉਹਦੇ ਉੱਤੇ ਕੰਧ ਬਣਾਉਣੀ, ਉਹਨੂੰ ਨੀਂਹ ਕਹਿੰਦੇ ਨੇ। ਇਹ ਜਿਹੜੀ ਪੱਕੀ ਨੀਂਹ ਹੈ, ਸੱਚੀ ਨੀਂਹ ਹੈ, ਇਹ ਗੁਰੂ ਨਾਨਕ ਨੇ ਰੱਖੀ ਹੈ। ਤੇ ਇਸ ਨੀਂਹ ਗੁਰੂ ਨਾਨਕ ਨੇ ਰੱਖੀ ਹੈ। ਭੱਟ ਜੀ ਕਹਿੰਦੇ ਨੇ ਗੁਰ ਨਾਨਕ ਸੱਚ ਨੀਮ ਸਾਜ। ਫਿਰ ਕੀ ਹੋਇਆ? ਸਤਿਗੁਰ ਸੰਗ ਲੀਣਾ। ਗੁਰੂ ਨਾਨਕ ਨੇ ਉਹ ਜਿਹੜੀ ਜੋਤ ਗੁਰੂ ਅਰਜਨ ਸਾਹਿਬ ਵਿੱਚ ਰੱਖ ਕੇ ਉਸ ਦੇ ਵਿੱਚ ਲੀਨ ਹੋ ਗਏ ਨੇ। ਗੁਰ ਅਰਜਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ। ਅਪਰੰਪਰ ਤੋਂ ਭਾਵ ਹੈ ਬੇਅੰਤ ਹਰੀ, ਬੀਣਾ ਤੋਂ ਭਾਵ ਹੈ ਉਸ ਘਰ ਹਿਰਦੇ ਦੇ ਵਿੱਚ ਜਾਣਿਆ ਗਿਆ। ਉਸ ਜੋਤ ਜਿਹੜੀ ਸੀ ਉਹ ਉਸ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਹਿਰਦੇ ਰੂਪੀ ਘਰ ਦੇ ਵਿੱਚ ਟਿਕ ਗਈ ਹੈ। ਅੱਗੇ ਕਹਿੰਦੇ ਨੇ ਭੱਟ ਜੀ, ਖੇਲ ਗੂੜੋ ਕੀਓ ਹਰ ਰਾਏ। ਗੂੜੋ, ਗੂੜੋ ਤੋਂ ਭਾਵ ਹੈ ਅਸਰਜ। ਇਹ ਅਸਰਜ ਸਤਿਗੁਰੂ ਜੀ ਨੇ ਖੇਡ ਖੇਡੀ ਹੈ। ਸੰਤੋਖ ਸਮਾਚਰਿਓ, ਤੇ ਗੁਰੂ ਅਰਜਨ ਦੇਵ ਮਹਾਰਾਜ ਸੰਤੋਖ ਦੇ ਵਿੱਚ ਸਮਾ ਗਏ ਨੇ। ਭਾਵ ਉਹ ਸਦਾ ਦੇ ਲਈ ਸੰਤੋਖੀ ਬਣ ਗਏ ਨੇ। ਸੰਤੋਖ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਕਿੱਡਾ ਵੱਡਾ ਸੰਤੋਖ ਹੈ। ਤੱਤੀ ਤਵੀ ਤੇ ਬੈਠੇ ਨੇ। ਸੰਤੋਖ ਤੋਂ ਬਿਨਾਂ ਤੇ ਨਹੀਂ ਤੱਤੀ ਤਵੀ ਤੇ ਬੈਠਿਆ ਜਾ ਸਕਦਾ। ਤੱਤੀ ਤਵੀ ਤੇ ਬਹਿ ਕੇ ਸੰਤੋਖ ਤੋਂ ਬਿਨਾਂ ਇਹ ਨਹੀਂ ਗੱਲ ਕਹੀ ਜਾ ਸਕਦੀ, ਤੇਰਾ ਕੀਆ ਮੀਠਾ ਲੱਗਾ। ਤੱਤੀ ਤਵੀ ਤੇ ਬਹਿ ਕੇ ਜੇ ਸੰਤੋਖ ਨਹੀਂ ਤੇ ਇਹ ਨਹੀਂ ਆਖਿਆ ਜਾ ਸਕਦਾ, ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਵ ਹੋਣਾ। ਇਹ ਦਾਤਿਆ ਤੇਰਾ ਹੁਕਮ ਹੈ, ਤੇ ਤੇਰੇ ਹੁਕਮ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਇਹ ਸਭ ਕੁਝ ਤੇਰੇ ਹੁਕਮ ਵਿੱਚ ਹੋ ਰਿਹਾ ਹੈ। ਸੰਤੋਖ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਸੰਤੋਖ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਤੇ ਸੰਤੋਖ ਤੇ ਫਿਰ ਵਿਚਾਰ ਹੈ। ਇਹ ਹਿਰਦੇ ਰੂਪੀ ਥਾਲ ਦੀ ਗੱਲ ਹੈ, ਇਹ ਬਾਹਰ ਦੇ ਥਾਲ ਦੀ ਗੱਲ ਨਹੀਂ ਹੈ। ਹਿਰਦੇ ਰੂਪੀ ਥਾਲ ਦੇ ਵਿੱਚ ਸਤ ਹੈ। ਸਤ ਤੋਂ ਭਾਵ ਹੈ ਉੱਚਾ ਆਚਰਣ ਹੈ, ਤੇ ਵਿਚਾਰ ਹੈ। ਜੇ ਵਿਚਾਰ ਹੈ ਤੇ ਗਿਆਨ ਦਾ ਆਨੰਦ ਸਾਨੂੰ ਆ ਸਕਦਾ ਹੈ। ਕਈ ਵਾਰੀ ਅਸੀਂ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਜਿੰਨਾ ਚਿਰ ਅਸੀਂ ਗੁਰਦੁਆਰਾ ਸਾਹਿਬ ਕੀਰਤਨ ਦੇ ਰਾਹੀਂ ਬਾਣੀ ਸੁਣਦੇ ਹਾਂ ਉਹਨਾਂ ਚਿਰ ਹੁਲਾਰੇ ਲੈਂਦੇ ਹਾਂ, ਕਈ ਮਿਊਜ਼ਿਕ ਨਾਲ ਜੁੜ ਕੇ, ਕਈ ਗਲੇ ਨਾਲ ਜੁੜ ਕੇ, ਕੋਈ ਵਾਜੇ ਨਾਲ ਜੁੜ ਕੇ, ਪਰ ਉਹ ਹੁਲਾਰੇ ਫਿਰ ਚਲੇ ਜਾਂਦੇ ਨੇ। ਪਰ ਜਦੋਂ ਗਿਆਨ ਦੇ ਰਾਹੀਂ ਅਸੀਂ ਆਨੰਦ ਲੈਂਦੇ ਹਾਂ, ਮੀਨਸ ਜਦੋਂ ਅਸੀਂ ਸ਼ਬਦ ਦੇ ਨਾਲ ਅੰਦਰੋਂ ਜੁੜ ਜਾਂਦੇ ਹਾਂ, ਜੋ ਸ਼ਬਦ ਸਾਨੂੰ ਕਹਿ ਰਿਹਾ ਹੈ ਉਸ ਮੈਸੇਜ ਨੂੰ ਆਪਣੇ ਅੰਦਰ ਨਿਗਲ ਜਾਂਦੇ ਹਾਂ, ਤੇ ਉਹ ਫਿਰ ਆਨੰਦ ਕਾਰਜ ਬੈਠਿਆਂ ਵੀ ਬਣਿਆ ਰਹਿੰਦਾ ਹੈ। ਉਹ ਸੰਸਾਰ ਦੇ ਕਾਰ ਵਿਹਾਰ ਕਰਦਿਆਂ ਵੀ ਆਨੰਦ ਬਣਿਆ ਰਹਿੰਦਾ ਹੈ, ਕਿਉਂਕਿ ਸ਼ਬਦ ਨਾਲ ਜੁੜ ਗਿਆ, ਉਪਦੇਸ਼ ਨਾਲ ਜੁੜ ਗਿਆ। ਜਿਹੜਾ ਸ਼ਬਦ ਹੈ, ਗੁਰੂ ਦਾ ਉਪਦੇਸ਼ ਹੈ, ਇਹ ਫਿਰ ਸਦਾ ਲਈ ਸਾਡੇ ਅੰਦਰ ਜੀਵਨ ਦਾ ਆਨੰਦ ਬਣਾ ਦਿੰਦਾ ਹੈ। ਸਦਾ ਲਈ ਇਹ ਆਨੰਦ ਬਣਿਆ ਰਹਿੰਦਾ, ਸਦਾ ਲਈ ਖਿੜਾਵ ਬਣਿਆ ਰਹਿੰਦਾ, ਸਦਾ ਲਈ ਇਹ ਵਿਕਾਸ ਬਣਿਆ ਰਹਿੰਦਾ ਹੈ। ਭੱਟ ਕਾਲਿਆ ਜੀ ਕਹਿੰਦੇ ਨੇ, ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਮਾਣੋ। ਮੈਂ ਪੜ੍ਹਿਆ ਬਿਮਲ, ਪਰ ਇੱਥੇ ਪਤਾ ਕੀ ਹੈ? ਬੇ ਪਲੱਸ ਮਲ। ਮਲ ਹੋ ਗਿਆ ਮੈਲ, ਮੈਲ ਤੋਂ ਰਹਿਤ ਬੇਮਲ। ਇਹਨੂੰ ਐਵੇਂ ਪੜਾਂਗੇ। ਜਿਹੜੀ ਭੱਟਾਂ ਦੀ ਬਾਣੀ ਹੈ ਨਾ, ਸਵਈਏ ਨੇ ਨਾ, ਇਹ ਬੜੀ ਮਹਿੰਗੀ ਬਾਣੀ ਹੈ।
ਇਹਨਾਂ ਦੀ ਸੰਥਿਆ ਲੈਣੀ ਪੈਂਦੀ ਹੈ। ਇਹ ਪੜ੍ਹਨ ਦੇ ਵਾਸਤੇ ਸਾਨੂੰ ਸਮਝ ਰੱਖਣੀ ਪਵੇਗੀ, ਤਾਂ ਇਹਦੇ ਅਰਥਾਂ ਦਾ ਪਤਾ ਲੱਗ ਜਾਏਗਾ। ਕਿ ਬੇਮਲ, ਬੇਮਲ ਤੋਂ ਭਾਵ ਹੈ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਜਿਹੜੀ ਤੁਹਾਡੀ ਬੁੱਧੀ ਹੈ ਨਾ, ਇਹ ਮਲ ਪਵਿੱਤਰ ਹੈ, ਮਲ ਤੋਂ ਰਹਿਤ ਹੈ। ਹੁਣ ਸਾਡੀ ਬੁੱਧੀ ਜਿਹੜੀ ਹੈ ਉਹ ਮੈਲ ਨਾਲ ਭਰੀ ਹੋਈ ਹੈ। ਅਕਲ ਸਾਡੇ ਵਿੱਚ ਵੀ ਹੈ, ਪਰ ਅਸੀਂ ਅਕਲ ਕਿੱਥੇ ਵਰਤਦੇ ਹਾਂ? ਕਿਸੇ ਦੀ ਜੇਬ ਕਤਰ ਲਈ ਜਾਵੇ। ਬੰਦਾ ਜਦੋਂ ਕੋਈ ਗੁਨਾਹ ਕਰਦਾ ਹੈ ਨਾ, ਔਗਣ ਕਰਦਾ ਹੈ ਨਾ, ਸੱਜਾ ਵੇਖਦਾ, ਖੱਬਾ ਵੇਖਦਾ ਹੈ, ਅੱਗਾ ਵੇਖਦਾ, ਪਿੱਛਾ ਵੇਖਦਾ ਹੈ, ਬੜਾ ਸੁਚੇਤ ਹੁੰਦਾ ਹੈ। ਉਹ ਇੱਥੋਂ ਕੰਮ ਲੈ ਰਿਹਾ ਹੁੰਦਾ, ਅਕਲ ਤੋਂ ਕੰਮ ਲੈ ਰਿਹਾ ਹੁੰਦਾ। ਕੈਮਰੇ ਕੁਮਰੇ ਤੇ ਨਹੀਂ ਲੱਗੇ ਕਰੇ, ਕੋਈ ਮੈਨੂੰ ਵੇਖਦੇ ਨਹੀਂ ਰਿਹਾ। ਤੇ ਜੇ ਨਾ ਅਕਲ ਤੋਂ ਕੰਮ ਲੈਂਦਾ ਹੋਵੇ ਤੇ ਉਸ ਵੇਲੇ ਫੜਿਆ ਜਾਂਦਾ। ਲੈ ਰਿਹਾ ਅਕਲ ਤੋਂ ਕੰਮ, ਪਰ ਉਹ ਕਿਹੜੀ ਅਕਲ, ਕਿਹੜੇ ਪਾਸੇ ਅਕਲ ਜਾ ਰਹੀ ਹੈ? ਅਪਵਿੱਤਰਤਾ ਵਾਲੇ ਪਾਸੇ, ਮੈਲੇ ਪਾਸੇ ਲਿਜਾ ਰਹੀ ਹੈ। ਮੈਲੇ ਪਾਸੇ, ਮਾੜੇ ਪਾਸੇ ਉਸ ਅਕਲ ਨੂੰ ਲਿਜਾ ਰਿਹਾ ਹੈ। ਗੁਨਾਹ ਵਾਲੇ ਪਾਸੇ ਕੰਮ ਅਕਲ ਤੋਂ ਲੈ ਰਿਹਾ ਹੈ। ਜਿਹੜਾ ਗੁਨਾਹ ਕਰਦਾ ਹੈ ਉਹ ਜ਼ਿਆਦਾ ਸੁਚੇਤ ਹੁੰਦਾ ਹੈ। ਜਿਹਨੇ ਔਗਣ ਕਰਨਾ ਹੋਵੇ ਹਮੇਸ਼ਾ ਸੁਚੇਤ ਰਹਿੰਦਾ ਹੈ ਕਿ ਮੇਰੇ ਇਹ ਕੀਤੇ ਹੋਏ ਗੁਨਾਹ ਨੂੰ ਕੋਈ ਵੇਖ ਨਾ ਲਏ। ਅਕਲ ਉੱਥੇ ਵੀ ਵਰਤੀ ਗਈ, ਪਰ ਜਿਹੜਾ ਰੱਬ ਦਾ ਪਿਆਰਾ ਹੈ, ਬੰਦਗੀ ਕਰਨ ਵਾਲਾ, ਉਹ ਕਿਹੜੇ ਪਾਸੇ ਅਕਲ ਵਰਤਦਾ ਹੈ? ਪਵਿੱਤਰ ਅਕਲ। ਮੇਰੇ ਸਾਹਿਬ ਜੀ ਦੇ ਪ੍ਰਥਾਏ ਭੱਟ ਜੀ ਕਹਿ ਰਹੇ ਨੇ, ਮਲ ਬੁੱਧ ਸਤ ਗੁਰ ਸਮਾਣੋ। ਜਦੋਂ ਪਵਿੱਤਰ ਬੁੱਧੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਇਹ ਜਿਹੜੀ ਉਸ ਸਤਿਗੁਰੂ ਦੇ ਵਿੱਚ ਸਮਾ ਗਈ, ਸਤਿਗੁਰੂ ਦੇ ਵਿੱਚ ਮਿਲਾ ਦਿੱਤਾ ਇਸ ਅਕਲ ਨੇ, ਇਸ ਪਵਿੱਤਰ ਬੁੱਧੀ ਨੇ। ਕਿਵੇਂ? ਅਜੋਨੀ ਸੰਭਵਿਓ ਸੋ ਜਸ ਕਲ ਕਵਿਆਣ ਬਖਾਣਿਓ। ਜਦੋਂ ਇਹ ਸਾਰਾ ਕੁਝ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਜਿਹੜਾ ਅਜੋਨੀ, ਜਿਹਨੂੰ ਭੱਟ ਜੀ ਕਹਿੰਦੇ ਨੇ, ਸੰਭਵਿਓ ਸੋ ਜਸ, ਸ੍ਰਿਸ਼ਟ ਜਸ ਹੋਣ ਲੱਗਾ ਹੈ। ਤੇ ਕਹਿੰਦੇ ਨੇ ਸਿਆਣੇ, ਕਹਿੰਦੇ ਨੇ ਆਪਣੀ ਵਡਿਆਈ ਤੇ ਕਿਸੇ ਦੀ ਬੁਰਾਈ ਚੰਗੀ ਲੱਗਦੀ ਹੈ। ਕਿਸੇ ਦੀ ਬੁਰਾਈ ਹੋ ਰਹੀ ਹੋਵੇ ਤੇ ਕੰਨਾਂ ਨੂੰ ਚੰਗੀ ਲੱਗਦੀ ਹੈ, ਤੇ ਆਪਣੀ ਵਡਿਆਈ ਚੰਗੀ ਲੱਗਦੀ ਹੈ। ਆਪਣੀ ਬੁਰਾਈ, ਦੂਸਰੇ ਦੀ ਵਡਿਆਈ ਨਹੀਂ ਚੰਗੀ ਲੱਗਦੀ। ਆਪਣੀ ਬੁਰਾਈ ਤੇ ਦੂਸਰੇ ਦੀ ਵਡਿਆਈ ਕਦੀ ਚੰਗੀ ਕੰਨਾਂ ਨੂੰ ਭਾਉਂਦੀ ਨਹੀਂ। ਹਾਂ, ਭਾਉਂਦੀ ਹੈ। ਦੂਸਰੇ ਦੀ ਬੁਰਾਈ ਤੇ ਆਪਣੀ ਵਡਿਆਈ ਚੰਗੀ ਲੱਗਦੀ ਹੈ ਕੰਨਾਂ ਨੂੰ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਵਡਿਆਈ ਹੋਣ ਲੱਗ ਪਈ। ਇਹਦੇ ਵਡਿਆਈ ਇਹਨਾਂ ਨੂੰ ਭਾਉਂਦੀ ਨਹੀਂ, ਵਡਿਆਈ ਚੰਗੀ ਨਹੀਂ ਲੱਗਦੀ। ਜਿਹੜੀ ਵਡਿਆਈ ਹੈ ਕਿਸੇ ਦੀ ਚੰਗੀ ਨਹੀਂ ਲੱਗਦੀ। ਵਡਿਆਈ ਭਾਈ ਨਾ। ਹੁਣ ਵਡਿਆਈ ਵੇਖੋ ਹੁੰਦੀ ਕਿਵੇਂ ਹੈ? ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਸਾਰਾ ਸੰਸਾਰ ਰੋਗੀ ਹੈ, ਤੇ ਰੋਗੀਆਂ ਦੇ ਪਾਸ਼ਾ ਰੋਗ ਦੂਰ ਕਰਦੇ ਨੇ। ਰੋਗੀ ਕਾ ਪ੍ਰਭ ਖੰਡੋ ਰੋਗ। ਰੋਗੀਆਂ ਦੇ ਪਾਸ਼ਾ ਰੋਗ ਕਰਦੇ ਨੇ ਦੂਰ, ਤੇ ਰੋਗੀ ਗੁਰੂ ਕੀ ਸ਼ਰਨ ਵਿੱਚ ਆਉਂਦੇ ਨੇ। ਮੈਂ ਨਿੱਕੀ ਜਿਹੀ ਗਾਥਾ ਕਹਿ ਕੇ ਇਹਨੂੰ ਕਲੀਅਰ ਕਰਾਂ ਸ਼ਬਦ ਨੂੰ। ਅਕਬਰ ਬਾਦਸ਼ਾਹ ਦਾ ਵਜ਼ੀਰ ਨਾਇਬ ਹੈ, ਵਜ਼ੀਰ ਖਾਂ, ਉਹਦਾ ਵੀ ਨਾਂ ਵਜ਼ੀਰ ਖਾਂ ਹੈ। ਜਿਵੇਂ ਇੱਕ ਸਾਡੇ ਕਈਆਂ ਦੇ ਨਾਂ ਕਈ ਹੁੰਦੇ ਨੇ ਨਾ, ਇੱਕੋ ਨਾਂ ਰਲਦੇ ਮਿਲਦੇ ਨੇ। ਕਈ ਵਜ਼ੀਰ ਖਾਂ ਸੂਬਾ ਸਰਹੰਦ ਵੀ ਵਜ਼ੀਰ ਖਾਂ ਸੀ। ਅਕਬਰ ਬਾਦਸ਼ਾਹ ਦਾ ਵਜ਼ੀਰ ਹੈ, ਨਾਇਬ ਹੈ, ਉਹਦਾ ਨਾਂ ਵਜ਼ੀਰ ਖਾਂ ਹੈ। ਉਹ ਲਾਹੌਰ ਦਾ ਰਹਿਣ ਵਾਲਾ ਹੈ। ਧਿਆਨ ਦਿਆ ਜੀ। ਲਾਹੌਰ, ਦਿੱਲੀ ਲਾਹੌਰ ਜਿਹੜਾ ਗੇਟ ਹੈ, ਇੱਥੇ ਇਸਨੇ ਬਹੁਤ ਹੀ ਸੁੰਦਰ ਮਸਜਿਦ ਬਣਾਈ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਦਾ ਇਹ ਗੁਰੂ ਘਰ ਦਾ ਸ਼ਰਧਾਲੂ ਹੈ। ਸਮਾਂ ਆ ਗਿਆ, ਬਿਮਾਰੀ ਨੇ ਘੇਰ ਲਿਆ। ਇਸ ਦੇ ਅੰਦਰ ਜਲੋਦਰ ਦਾ ਰੋਗ ਇਹਨੂੰ ਲੱਗ ਗਿਆ। ਗੁਰਬਾਣੀ ਵੀ ਇੱਕ ਸਾਨੂੰ ਕਹਿੰਦੀ ਹੈ, ਜਿਨ੍ਹਾਂ ਅੰਦਰ ਉਮਰ ਥਲ ਸਹੀ ਜਾਣਨ ਸੂਲੀਆਂ। ਇੱਕ ਉਮਰ ਥਲ ਅੰਦਰ ਫੋੜਾ ਹੁੰਦਾ ਹੈ, ਬੋਡੀ ਦੇ ਸਰੀਰ ਦੇ ਪੇਟ ਦੇ ਵਿੱਚ ਬਣਦਾ ਹੈ, ਤੇ ਉਹ ਜਿਸ ਦੇ ਪੇਟ ਦੇ ਵਿੱਚ ਫੋੜਾ ਹੋਵੇ ਨਾ, ਉਹ ਇੱਕਦਮ ਚਿਣਕ, ਇੱਕਦਮ ਤਰਾਟ ਪੈਂਦੀ ਹੈ, ਦਰਦ ਦੀ ਪੀੜ ਉੱਠਦੀ ਹੈ, ਇੱਕਦਮ ਤਰਾਟ ਉੱਠਦੀ ਹੈ। ਹੁਣ ਜਿਹਦੇ ਅੰਦਰ ਉਹ ਪੀੜ ਉੱਠੇਗੀ ਦਰਦ ਦੀ, ਉਹਨੂੰ ਹੀ ਪਤਾ ਹੈ ਮੇਰੇ ਅੰਦਰ ਕਿੰਨੀ ਕੁ ਪੀੜ ਹੋਈ ਹੈ, ਦੂਸਰੇ ਨੂੰ ਪਤਾ ਨਹੀਂ ਹੈ।
ਇਸ ਦੇ ਅੰਦਰ ਜਲੋਦਰ ਦਾ ਰੋਗ ਲੱਗ ਗਿਆ, ਬੜਾ ਦੁਖੀ ਹੋ ਰਿਹਾ ਹੈ। ਲਗਭਗ 1 ਸਾਲ ਇਹ ਇੱਧਰ ਉੱਧਰ ਨਸਦਾ ਰਿਹਾ, ਰੋਗਾਂ ਦੀ ਉਪਚਾਰ ਤੇ ਦਵਾਈ ਲੈਂਦਾ ਰਿਹਾ, ਪਰ ਨਾ ਆਰਾਮ ਆਇਆ। ਕਵੀ ਜੀ ਨੇ ਲਿਖਿਆ ਹੈ ਕਿ 1656 ਤੋਂ ਲੈ ਕੇ 1657 ਸਾਲ ਤੱਕ 1 ਸਾਲ ਇਸਨੇ ਰੋਗਾਂ ਦਾ ਇਲਾਜ ਕਰਾਇਆ, ਪਰ ਰੋਗ ਨਾ ਇਹਦਾ ਦੂਰ ਹੋਇਆ। ਗੁਰੂ ਘਰ ਦੀ ਮਹੱਤਤਾ ਨੂੰ, ਮਹਿਮਾ ਨੂੰ ਜਾਣਦਾ ਸੀ। ਗੁਰੂ ਅਰਜਨ ਸਾਹਿਬ ਮਹਾਰਾਜ ਅੰਮ੍ਰਿਤ ਸਰੋਵਰ ਦੀ ਸੁਧਾਈ ਕਰਾ ਰਹੇ ਨੇ, ਅੰਮ੍ਰਿਤ ਸਰੋਵਰ ਦੀ ਸੇਵਾ ਕਰਾ ਰਹੇ ਨੇ। ਦੁੱਖ ਭੰਜਨੀ ਬੇਰ ਹੇਠਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਬੈਠੇ ਹੋਏ ਨੇ। ਇਹ ਬਿਮਾਰ ਹੈ, ਇਹਨੂੰ ਪਾਲਕੀ ਦੇ ਵਿੱਚ ਰੱਖ ਕੇ ਜਾਂ ਬਹਾ ਕੇ ਜਾਂ ਚੁੱਕ ਕੇ ਕਿਸੇ ਤਰੀਕੇ ਦੇ ਨਾਲ ਦਰਬਾਰ ਸਾਹਿਬ ਲੈ ਕੇ ਆਏ। ਇਹਦੇ ਕਰਿੰਦੇ ਪਾਸ਼ਾ ਦੁੱਖ ਭੰਜਨ ਬੇਰੀ ਹੇਠਾਂ ਬੈਠੇ ਹੋਏ ਨੇ, ਸੇਵਾ ਹੋ ਰਹੀ ਹੈ। ਇਸ ਦੀ ਪਾਲਕੀ ਲਾ ਦਿੱਤੀ, ਇਹਨੂੰ ਬਾਹਰ ਕੱਢ ਕੇ ਬਿਠਾ ਦਿੱਤਾ। ਬੈਠਣ ਜੋਗਾ ਨਹੀਂ ਸੀ, ਲੰਮਾ ਪੈ ਗਿਆ, ਤੜਫ ਰਿਹਾ ਸੀ। ਦੂਰੋਂ ਹੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਨਮਸਕਾਰ ਕੀਤੀ। ਕਿਹਾ, ਪਾਤਸ਼ਾਹ ਖਤਾ ਬਖਸ਼ ਲਓ, ਭੁੱਲ ਬਖਸ਼ ਲਓ, ਮੇਰਾ ਰੋਗ ਦੂਰ ਕਰ ਦਿਓ। ਅਰਦਾਸ ਗੁਰੂ ਕੇ ਪਾਸ ਚਰਨਾਂ ਦੇ ਵਿੱਚ ਕਬੂਲ ਹੋ ਗਈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤਰਸ ਆ ਗਿਆ, ਤਰਸ ਪਿਆ, ਮਹਿਰਮਤ ਹੋਈ। ਮਹਿਰ ਘਰ ਵਿੱਚ ਆਏ, ਤਰਸ ਆਇਆ ਤੇ ਬਾਬਾ ਬੁੱਢਾ ਜੀ ਨੂੰ ਵਡਿਆਈ ਦਿੰਦੇ ਨੇ। ਆਪ ਕੰਮ ਸਾਰੇ ਗੁਰੂ ਆਪ ਕਰਦਾ ਹੈ, ਵਡਿਆਈ ਆਪਣੇ ਸਿੱਖ ਨੂੰ ਬਖਸ਼ਦੇ ਨੇ। ਕਾਰਜ ਸਤਿਗੁਰੂ ਜੀ ਆਪ ਸਵਾਰਦੇ ਨੇ, ਪਰ ਵਡਿਆਈ ਆਪਣੇ ਸਿੱਖ ਨੂੰ ਦਿੰਦੇ ਨੇ। ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਬਾਬਾ ਬੁੱਢਾ ਜੀ, ਇਹ ਵਜ਼ੀਰ ਖਾਂ ਆਇਆ ਏ, ਇਹਦਾ ਰੋਗ ਦੂਰ ਕਰ ਦਿਓ। ਰੋਗ ਤੇ ਆਪ ਦੂਰ ਕਰਨਾ ਹੈ, ਇਹਦੇ ਵੱਲੇ ਧਿਆਨ ਦਿਓ। ਤੀਸਰੀ ਵਾਰੀ ਫਿਰ ਬਾਬਾ ਬੁੱਢਾ ਜੀ ਆਏ। ਬਾਬਾ ਬੁੱਢਾ ਜੀ ਚੁੱਪ ਸਨ ਵੀ ਪਾਸ਼ਾ ਕਰਨਾ ਤੇ ਸਭ ਕੁਝ ਤੁਸੀਂ ਆਪ ਹੈ, ਪਰ ਵਡਿਆਈ ਇਸ ਦਾਸਰੇ ਨੂੰ ਦੇ ਰਹੇ ਹੋ, ਵਡਿਆਈਆਂ ਇਸ ਦਾਸਰੇ ਨੂੰ ਤੁਸੀਂ ਬਖਸ਼ਣੀਆਂ ਨੇ। ਤੀਸਰੀ ਵਾਰੀ ਆਏ ਤੇ ਬਾਬਾ ਬੁੱਢਾ ਜੀ ਨੇ ਉਹ ਟੋਕਰੀ ਭਰੀ ਹੋਈ ਸੀ ਜਿਹੜੀ ਸੇਵਾ ਕਰ ਰਹੇ ਸਨ ਸਰੋਵਰ ਦੀ, ਉਸ ਦੇ ਉੱਪਰ ਮਾਰੀ ਪੇਟ ਦੇ, ਤੇ ਉਹਦਾ ਸਾਰਾ ਰੋਗ ਬਾਹਰ ਆ ਗਿਆ, ਨਿਰੋਗ ਹੋ ਗਿਆ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਤੁੱਠੇ ਤੇ ਉਸ ਨੂੰ ਫਿਰ ਗਰਮ ਗਰਮ ਕੜਾ ਪ੍ਰਸ਼ਾਦ ਖਵਾਇਆ। ਨਿਰੋਗ ਹੋ ਕੇ ਉਹ ਗੁਰੂ ਕੇ ਗੁਣ ਗਾਉਣ ਲੱਗ ਪਿਆ। ਜਦੋਂ ਨਿਰੋਗ ਹੋ ਕੇ ਗੁਰੂ ਦੇ ਗੁਣ ਗਾਉਂਦਾ ਹੈ ਤੇ ਇਤਿਹਾਸਕਾਰ ਨੇ ਲਿਖਿਆ ਹੈ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਪਾਤਸ਼ਾਹ ਆ ਜਿਹੜਾ ਤੁਹਾਡਾ ਬਾਣੀ ਹੈ ਨਾ ਤੇ ਬਾਣਾ ਹੈ, ਬਾਣੀ ਜਿਹੜੀ ਹੈ ਇਸ ਨੇ ਮੈਨੂੰ ਨਿਰੋਗ ਕਰ ਦਿੱਤਾ ਹੈ। ਬਾਣੀ ਸੁਣ ਸੁਣ ਕੇ ਮੈਂ ਨਿਰੋਗ ਹੋਇਆ, ਪਾਤਸ਼ਾਹ ਕਿਰਪਾ ਕਰੋ। ਇਹ ਜਿਹੜਾ ਸੁਖਮਨੀ ਆਪਾਂ ਪੜ੍ਹਦੇ ਨਾ, ਸੁਖਮਨੀ, ਸੁੱਖਾਂ ਦੀ ਮਣੀ, ਜਿਹਨੂੰ ਅਸੀਂ ਰੋਜ਼ ਪੜ੍ਹਦੇ ਹਾਂ, ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਕਲ ਕਲੇਸ਼ ਤਨ ਮਾਹੇ ਮਿਟਾਵੋਂ, ਸਿਮਰੋਂ ਜਾਸ ਬਿਸੰਬਰ ਏਕੈ, ਨਾਮ ਜਪਤ ਅਗਣਤ ਅਨੇਕੈ। ਇਹ ਜਿਹੜੀ ਬਾਣੀ ਹੈ ਨਾ, ਜਿਸ ਨੂੰ ਸਿਮਰ ਕੇ ਸੁੱਖ ਮਿਲਦੇ ਨੇ। ਪਾਤਸ਼ਾਹ ਮੈਨੂੰ ਪੜ੍ਹਨੀ ਨਹੀਂ ਆਉਂਦੀ, ਇੱਕ ਸਿੱਖ ਮੇਰੇ ਨਾਲ ਭੇਜ ਦਿਓ, ਮੈਨੂੰ ਰੋਜ਼ ਬਾਣੀ ਸੁਣਾਇਆ ਕਰੇ। ਅਸੀਂ ਜਦੋਂ ਅੱਜ ਹੁਣ ਸ਼ਹੀਦੀ ਪੁਰਬ ਮਨਾਉਣੇ ਨੇ ਤੇ ਮਨਾਉਂਦੇ ਆ ਰਹੇ ਆ ਨਾ, ਤੇ ਸੁਖਮਨੀ ਸਾਹਿਬ ਦਾ ਪਾਠ ਜ਼ਰੂਰ ਕਰੋ। ਜੇ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸ਼ਹੀਦੀ ਪੁਰਬ ਅਸੀਂ ਮਨਾ ਰਹੇ ਹਾਂ ਤਾਂ। ਇਸ ਵਜ਼ੀਰ ਖਾਨ ਨੇ ਕਿਹਾ, ਪਾਤਸ਼ਾਹ ਇਹ ਸਿੱਖ ਮੈਨੂੰ ਦਿਓ ਕਿ ਜਿਹੜਾ ਮੈਨੂੰ ਰੋਜ਼ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਾਵੇ। ਭਾਈ ਭਾਗ ਨਾਮ ਦਾ ਸਿੱਖ ਲਾਹੌਰ ਇਹਦੇ ਨਾਲ ਚਲੇ ਗਿਆ, ਰੋਜ਼ ਬਾਣੀ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਾਉਂਦਾ ਹੈ। ਤੇ ਰੋਜ਼ ਇਹ ਵਜ਼ੀਰ ਖਾਂ 1.25 ਰੁਪਏ ਦਾ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ, ਉਸ ਸਮੇਂ ਦੀ 1.25 ਰੁਪਇਆ ਵੇਖ ਲਓ ਕਿੰਨਾ ਹੋਣਾ, ਅੱਜ ਨਾਲ ਤੁਲਨਾ ਕਰ ਲਓ। 1.25 ਰੁਪਏ ਦਾ ਕੜਾਹ ਪ੍ਰਸ਼ਾਦ ਦੀ ਦੇਗ ਕਰਾਉਣੀ, ਆਪ ਤੇ ਸਾਰਿਆਂ ਵਿੱਚ ਵਰਤਾਉਣੀ। ਜਦੋਂ ਇਹ ਸਾਰਾ ਪ੍ਰਵਾਹ ਚੱਲਣ ਲੱਗ ਪਿਆ, ਇਹ ਜਿਹੜਾ ਵਜ਼ੀਰ ਹੈ, ਨਾਇਬ ਹੈ, ਗੁਰੂ ਘਰ ਦਾ ਸਿੱਖ ਬਣ ਗਿਆ ਵਜ਼ੀਰ। ਤੇ ਇਧਰ ਜਹਾਂਗੀਰ ਜਿਹੜਾ ਹੈ, ਉਹ ਅਕਬਰ ਬਾਦਸ਼ਾਹ ਦਾ ਪੁੱਤਰ ਹੈ। ਉਹਦੇ ਅੰਦਰ ਤਿਲ ਮਿਲਾਉਂਦਾ ਰਹਿੰਦਾ, ਤਲਖੀ ਲੱਗੀ ਰਹਿੰਦੀ ਹੈ ਕਿ ਪਿਤਾ ਅਕਬਰ ਬਾਦਸ਼ਾਹ ਦੇ ਉੱਤੇ ਉਹਦਾ ਕੋਈ ਹੁਕਮ ਚੱਲਦਾ ਨਹੀਂ, ਕਿਉਂਕਿ ਉਹ ਬਾਦਸ਼ਾਹ ਹੈ। ਤੇ ਇਹਦੇ ਅੰਦਰ ਉਹ ਪੀੜਾ ਲੱਗੀ, ਇਹਦੇ ਅੰਦਰ ਉਹ ਤਲਖੀ ਲੱਗੀ ਕਿ ਇਹ ਇਸਲਾਮ ਨੂੰ ਛੱਡ ਕੇ ਨਾਇਬ ਜਿਹੜਾ ਵਜ਼ੀਰ ਹੈ, ਇਹ ਗੁਰੂ ਕਾ ਸਿੱਖ ਬਣ ਗਿਆ।
ਉਹਨੂੰ ਇਹ ਜਿਹੜਾ ਦੁੱਖ ਹੈ ਸਤਾ ਰਿਹਾ, ਇਹ ਦੁੱਖ ਕਿਸ ਪਾਸੇ ਲਿਜਾ ਰਿਹਾ ਹੈ, ਆਪਣੇ ਦੁੱਖ ਤੋਂ ਦੁਖੀ ਨਹੀਂ ਹੈ। ਮੈਂ ਇਸ ਨੂੰ ਇਸ ਪਾਸੇ ਤਾਂ ਲੈ ਕੇ ਆ ਰਿਹਾ ਕਿ ਗੁਰੂ ਸਾਹਿਬ ਜੀ ਦੇ ਸ਼ਹੀਦੀ ਦੇ ਕਾਰਨ ਕੀ ਨੇ। ਉਹ ਜਦੋਂ ਜੰਗੀਰ ਬਾਦਸ਼ਾਹ ਬਣਦਾ ਹੈ, ਉਹਦੇ ਅੰਦਰ ਜਿਹੜੀਆਂ ਉਹ ਪਹਿਲੀਆਂ ਗੱਲਾਂ ਚੱਲ ਰਹੀਆਂ ਹੁੰਦੀਆਂ ਨੇ ਵੀ ਜਿਨ੍ਹਾਂ ਨੂੰ ਆਪਣੀ ਤੁਜਕੇ ਜਹਾਂਗੀਰ ਦੇ ਵਿੱਚ ਲਿਖਦਾ ਹੈ, ਭੋਲੇ ਭਾਲੇ ਜਿਹੜੇ ਮੁਸਲਮਾਨ ਵੀ ਸਿੱਖ ਹੋ ਰਹੇ ਨੇ, ਜਿਹੜੇ ਹਿੰਦੂ ਸਿੱਖ ਬਣ ਰਹੇ ਨੇ, ਉਹ ਜਦੋਂ ਇਹ ਗੱਲਾਂ ਜਿਹੜੀਆਂ ਉਹਦੇ ਅੰਦਰ ਚੱਲ ਰਹੀਆਂ ਨੇ ਤੇ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹਾਦਤ ਜਾਂ ਸ਼ਹੀਦ ਕਰਨ ਲਈ ਲਾਹੌਰ ਵਿੱਚ ਲਿਆਂਦਾ ਜਾਂਦਾ, ਉਹ ਸਾਰੇ ਦੇ ਸਾਰੇ ਆਪਣੇ ਵਲਵਲੇ ਕੱਢਦਾ। ਕੀ ਕੁਝ ਹੁੰਦਾ ਹੈ, ਇਹ ਮੈਂ ਇਸ ਪ੍ਰਕਰਨ ਨੂੰ ਲਿਆ ਹੈ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸ਼ਹੀਦੀ ਦਾ ਕਾਰਨ ਕੀ ਹੈ। ਜਿਹੜੇ ਰੋਗੀ ਆਉਂਦੇ ਨੇ ਉਹ ਨਿਰੋਗ ਹੋ ਕੇ ਜਾਂਦੇ ਨੇ, ਜਿਨ੍ਹਾਂ ਨੂੰ ਜਿਸ ਵਸਤੂ ਦੀ ਦਾਤ ਦੀ ਲੋੜ ਹੈ ਦਾਤਾ ਉਹ ਦਾਤਾਂ ਵੰਡਦਾ ਹੈ, ਰੋਂਦੇ ਆਉਂਦੇ ਤੇ ਹੱਸਦੇ ਜਾਂਦੇ ਨੇ। ਇਹ ਗੁਰੂ ਸਾਹਿਬ ਜੀ ਦੀਆਂ ਬਖਸ਼ਾਂ ਦੇ ਜਦੋਂ ਪਾਤਰ ਬਣਦੇ ਨੇ ਆਪਣੇ ਆਪ ਹੀ ਸਿੱਖ ਬਣਦੇ ਜਾਂਦੇ ਨੇ। ਤੇ ਜਿਹੜੇ ਸਿੱਖ ਬਣਦੇ ਨੇ, ਸਮੇਂ ਦੀ ਹਕੂਮਤ ਦੇ ਅੰਦਰ ਇਹ ਗੱਲ ਨਿਕਲ ਨਹੀਂ ਰਹੀ ਤੇ ਗੁਰੂ ਸਾਹਿਬ ਜੀ ਨੂੰ ਕਿਵੇਂ ਸ਼ਹੀਦ ਕਰਦੇ ਨੇ, ਇਹ ਆਪਾਂ ਇਤਿਹਾਸ ਅਗਲੇ ਸਮੇਂ ਵਿੱਚ ਫਿਰ ਵਿਚਾਰਾਂਗੇ। ਮੇਰੀਆਂ ਭੁੱਲਾਂ ਨਾ ਜਾਣਦੇ ਆ, ਅਸੀਸ ਦਿਆ ਜੇ, ਗੁਰੂ ਇਤਿਹਾਸ ਸ਼ਬਦ ਦੀ ਵਿਚਾਰ ਕਰਨ ਦੀ ਸਮਝ ਆ ਜਾਵੇ, ਮੈਂ ਚੰਗੇ ਤਰੀਕੇ ਨਾਲ ਸੰਗਤਾਂ ਨੂੰ ਐਕਸਪਲੇਨ ਕਰਕੇ ਸੁਣਾ ਸਕਾਂ। ਤਹਿ ਦਿਲ ਤੋਂ ਸਮੂਹ ਸੰਗਤਾਂ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।